ਤੋਂ ਬਾਅਦ ਦੇਸ਼ ਦੀਆਂ ਯੋਜਨਾਵਾਂ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਸ਼ਾਮਲ ਕੀਤਾ ਗਿਆ। ਪੰਜਾਬ ਵਿੱਚ ਵੀ ਔਰਤਾਂ ਨੇ ਵਿਕਾਸ ਕਾਰਜਾਂ ਦੇ ਹਰ ਖੇਤਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਅੱਜ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇਗਾ ਜਿਸ ਵਿੱਚ ਔਰਤਾਂ ਨੇ ਯੋਗਦਾਨ ਨਾ ਪਾਇਆ ਹੋਵੇ। ਰਾਜਨੀਤੀ ਵਿੱਚ ਵੀ ਔਰਤਾਂ ਨੇ ਪ੍ਰਵੇਸ਼ ਕੀਤਾ ਹੈ। ਔਰਤਾਂ ਨੇ ਚੋਣਾਂ ਲੜੀਆਂ, ਕੇਂਦਰੀ ਸੰਸਦ ਤੇ ਰਾਜ ਵਿਧਾਨ ਸਭਾਵਾਂ ਲਈ ਚੁਣੀਆਂ ਗਈਆਂ। ਜਿਸ ਆਜ਼ਾਦੀ ਨੂੰ ਲਿਆਉਣ ਲਈ ਸਾਡੀਆਂ ਭੈਣਾਂ ਨੇ, ਸਾਡੀਆਂ ਮਾਵਾਂ ਨੇ, ਸਾਡੀ ਔਰਤ ਜਾਤੀ ਨੇ ਬੜਮੁੱਲਾ ਹਿੱਸਾ ਪਾਇਆ ਹੋਵੇ। ਅੱਜ ਉਸ ਲਿਆਂਦੀ ਹੋਈ ਆਜ਼ਾਦੀ ਵਿੱਚ ਅਸੀਂ ਦੂਸਰਾ ਪੱਖ, ਇੱਕ ਆਜ਼ਾਦੀ ਲਿਆਉਣ ਵਾਲਾ ਔਰ ਆਜ਼ਾਦੀ ਤੋਂ ਬਾਅਦ ਉਸ ਆਜ਼ਾਦੀ ਦੇ ਮੁਤਾਬਕ ਆਪਣੇ ਸੂਬੇ ਨੂੰ ਚਲਾਉਣ ਵਾਲਾ, ਉਹ ਜ਼ਿੰਮੇਵਾਰੀ ਵਾਲਾ ਅਹਿਸਾਸ ਕਿਹੋ ਜਿਹਾ ਹੋਵੇ ਤੇ ਉਸ ਜ਼ਿੰਮੇਵਾਰੀ ਦੇ ਮੁਤਾਬਕ ਕਿੰਨੇ ਇੱਕ ਕਦਮ ਚੱਕਣ ਦੀ ਜ਼ਰੂਰਤ ਹੈ। ਅੱਜ ਕਿਸ ਥਾਂ ਤੇ ਖੜੇ ਹਾਂ, ਅੱਜ ਉਹੀ ਔਰਤ ਜਾਤੀ ਦੀ ਭਾਵਨਾ ਨੂੰ ਲੈ ਕੇ ਔਰ ਉਸ ਦੀ ਜ਼ਿੰਮੇਵਾਰੀਆਂ ਨੂੰ ਲੈ ਕੇ ਕਿੰਨਾ ਅੱਗੇ ਤੁਰਿਆ ਜਾ ਸਕਦਾ ਹੈ, ਇਹ ਦੇਖਣ ਦਾ ਮੌਕਾ ਮੇਰੇ ਮਨ ਵਿੱਚ ਬੜੀ ਦੇਰ ਤੋਂ ਸੀ ਔਰ ਮੈਂ ਸਮਝਦੀ ਸੀ ਕਿ ਇਸ ਨੂੰ ਪੂਰਨ ਕਰਨ ਵਾਸਤੇ ਲਾਜ਼ਮੀ ਹੈ ਕਿ ਜਿੱਥੇ ਸਾਡੇ ਭਰਾ ਆਉਂਦੇ ਨੇ ਔਰਤ ਜਾਤੀ ਨੂੰ ਵੀ ਇੱਕ ਵਾਰ ਇਸ ਵਿੱਚ ਮੌਕਾ ਮਿਲਣਾ ਚਾਹੀਦਾ ਹੈ। ਔਰ ਮੈਂ ਬੜੀ ਖੁਸ਼ੀ ਤੇ ਬੜਾ ਗੌਰਵ ਮਹਿਸੂਸ ਕਰਦੀ ਹਾਂ ਕਿ ਮੈਨੂੰ ਪੰਜਾਬ ਵਰਗੀ ਸਟੇਟ ਦੇ ਵਿੱਚ ਇੱਕ ਮੁੱਖ ਮੰਤਰੀ ਦੇ ਅਹੁਦੇ ਉੱਪਰ ਕੰਮ ਕਰਨ ਦਾ ਕੁਝ ਸਮਾਂ ਮਿਲਿਆ। ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇਸ ਦੀ ਚੋਣ ਪ੍ਰਣਾਲੀ ਵਿੱਚ ਭਾਵੇਂ ਇਹ ਪ੍ਰਣਾਲੀ ਚੋਣਾਂ ਕਰਵਾਉਣ ਦੀ ਹੋਵੇ ਜਾਂ ਚੋਣਾਂ ਲੜਨ ਦੀ ਜਾਂ ਚੋਣਾਂ ਵਿੱਚ ਹਿੱਸਾ ਲੈਣ ਦੀ, ਇਸ ਵਿੱਚ ਵੀ ਔਰਤਾਂ ਨੇ ਵੱਡਾ ਯੋਗਦਾਨ ਪਾਇਆ ਹੈ। ਹਰ ਖੇਤਰ ਵਿੱਚ ਵਿਕਾਸ ਦੇ ਨਾਲ ਨਾਲ ਜਿਹੜਾ ਚੋਣਾਂ ਦੀ ਪ੍ਰਕਿਰਿਆ ਜਿਹੜੀ ਹੈ ਉਸ ਵਿੱਚ ਵੀ ਵੱਡਾ ਵਿਕਾਸ ਹੋ ਗਿਆ ਹੈ। ਤੇ ਹੁਣ ਭਾਵੇਂ ਚੋਣ ਦੀ ਪ੍ਰਕਿਰਿਆ ਜਿਹੜੀ ਹੈ ਉਹ ਪਹਿਲੇ ਨਾਲੋਂ ਕਿਤੇ ਕਲਿਸ਼ਟ ਤੇ ਮਹੱਤਵਪੂਰਨ ਹੋ ਗਈ ਹੈ, ਪਰ ਲੋਕਾਂ ਨੂੰ ਹੁਣ ਆਪਣੀ ਵੋਟ ਦੇ ਅਧਿਕਾਰ ਬਾਰੇ ਵੀ ਪਤਾ ਲੱਗ ਗਿਆ ਹੈ। ਤੇ ਜਿਹੜੀ ਵੱਡੀ ਗੱਲ ਹੈ ਉਹ ਇਹ ਹੈਗੀ ਆ ਕਿ ਹੁਣ ਇਸਤਰੀਆਂ ਜਿਹੜੀਆਂ ਨੇ ਉਹ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ। ਸੰਵਿਧਾਨ ਵਿੱਚ 73-74 ਅਮੈਂਡਮੈਂਟਸ ਜਿਹੜੀਆਂ ਹੋਈਆਂ ਸੀ, ਉਹਨਾਂ ਤਹਿਤ ਸਟੇਟਸ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਜਿਹੜੇ ਨੇ ਉਹ ਵੀ ਸਥਾਪਿਤ ਕਰ ਦਿੱਤੇ ਗਏ ਨੇ। ਤੇ ਵਾਰਡਸ, ਮਿਊਨਿਸਪਲ ਹਲਕਿਆਂ ਵਿੱਚ ਵਾਰਡਸ ਤੇ ਪਿੰਡਾਂ ਵਿੱਚ ਜਿਹੜੇ ਪੰਚਾਇਤਾਂ ਨੇ ਉਹਨਾਂ ਦੀ ਚੋਣਾਂ ਵਿੱਚ ਵੀ ਇਸਤਰੀਆਂ ਵਾਸਤੇ ਜਿਹੜੀਆਂ ਸੀਟਾਂ ਨੇ ਉਹ ਰਿਜ਼ਰਵ ਕਰ ਦਿੱਤੀਆਂ ਗਈਆਂ ਸੀ। ਇਹ ਜਿਹੜੀ ਤਬਦੀਲੀ ਆਈ ਹੈ ਉਹਦੇ ਨਾਲ ਇਹ ਹੋਇਆ ਹੈਗਾ ਕਿ ਇਸਤਰੀਆਂ ਹੁਣ ਵੱਧ ਚੜ੍ਹ ਕੇ ਚੋਣਾਂ ਵਿੱਚ ਹਿੱਸਾ ਲੈ ਰਹੀਆਂ ਨੇ। ਮੈਂ ਦੱਸਦੀ ਹਾਂ ਤੁਹਾਨੂੰ ਕਿ 67 ਵਿੱਚ ਅਸੀਂ ਜਿਹੜੇ ਪਾਰਲੀਮੈਂਟ ਦੇ ਚੁਣਾਵ ਸਾਡੇ ਹੋਏ ਸੀ ਉਹਦੇ ਵਿੱਚ ਸਿਰਫ 2 ਇਸਤਰੀ ਕੈਂਡੀਡੇਟ ਸੀਗੇ ਤੇ ਜਿਹੜੇ ਅਸੈਂਬਲੀ ਦੇ ਇਲੈਕਸ਼ਨ ਹੋਏ ਸੀ ਉਹਦੇ ਵਿੱਚ 7 ਇਸਤਰੀਆਂ ਨੇ ਹਿੱਸਾ ਲਿਆ ਸੀ। ਤੇ 1996 ਵਿੱਚ ਜਿਹੜੀਆਂ ਸਾਡੀਆਂ ਪਾਰਲੀਮੈਂਟਰੀ ਚੋਣਾਂ ਹੋਈਆਂ ਸੀ ਉਹਨਾਂ ਵਿੱਚ 16 ਵਿਮਨ ਕੈਂਡੀਡੇਟ ਸੀਗੀਆਂ ਤੇ ਅਸੈਂਬਲੀ ਜਿਹੜੇ ਐਤਕੀ 1997 ਵਿੱਚ ਅਸੈਂਬਲੀ ਚੋਣਾਂ ਹੋਈਆਂ ਨੇ ਉਹਨਾਂ ਵਿੱਚ 52 ਵਿਮਨ ਕੈਂਡੀਡੇਟਸ। ਤੇ ਮੈਂ ਤੁਹਾਨੂੰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ 693 ਜਿਹੜੇ ਨੋਮੀਨੇਸ਼ਨ ਸੀ ਉਹਨਾਂ ਵਿੱਚੋਂ 52 ਜਿਹੜੀਆਂ ਸੀ ਉਹ ਵਿਮਨ ਸੀਗੀਆਂ। ਤੇ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਹੁਣ ਇਸਤਰੀਆਂ ਵਿੱਚ ਚੋਣਾਂ ਬਾਰੇ ਕਿੰਨਾ ਉਤਸ਼ਾਹ ਹੈ। ਇਹ ਜਿਹੜਾ ਸਾਰਾ ਹੈ ਇਹ ਸਦਕਾ ਜਿਹੜਾ ਹੈ ਉਹ ਸਾਡੀ ਸਿੱਖਿਆ ਦੀ ਜਿਹੜੀ ਸਿੱਖਿਆ ਦਾ ਜਿਵੇਂ ਪ੍ਰਚਲਨ ਇੰਨਾ ਹੋਇਆ ਹੈ, ਇਹ ਸਾਰਾ ਸਦਕਾ ਉਹੀ ਹੈ, ਉਸ ਦਾ ਹੀ ਹੈ ਕਿ ਔਰਤਾਂ ਨੂੰ ਹੁਣ ਆਪਣੇ ਹੱਕ ਬਾਰੇ ਪਤਾ ਲੱਗ ਗਿਆ ਹੈ। ਤੇ ਹੁਣ ਹਾਲ ਵਿੱਚ ਹੀ ਪਾਰਲੀਮੈਂਟ ਤੇ ਹੋਰ ਜਿਹੜੀਆਂ ਸਾਡੀਆਂ ਇਲੈਕਟਿਡ ਬਾਡੀਜ਼ ਨੇ ਉਹਦੇ ਵਿੱਚ ਵੀ ਵਿਮਨ ਵਾਸਤੇ ਰਿਜ਼ਰਵੇਸ਼ਨ ਆ ਰਹੀ ਹੈ। ਤੇ ਮੈਨੂੰ ਪੂਰੀ ਆਸ ਹੈ ਕਿ ਜਿਹੜੀ ਡੈਮੋਕ੍ਰੇਸੀ ਦਾ ਜਿਹੜਾ ਸਾਡਾ ਪ੍ਰਿੰਸੀਪਲ ਸੀ ਕਿ ਲੋਕਾਂ ਨੂੰ ਪਾਵਰ ਜਿਹੜੀ ਹੈ ਉਹ ਡੈਮੋਕ੍ਰੈਟਿਕ ਪ੍ਰੋਸੈਸ ਨਾਲ ਦਿੱਤੀ ਜਾਵੇ ਤੇ ਜਿਸ ਦੇਸ਼ ਵਿੱਚ 50% ਤਬਕਾ ਜਿਹੜਾ ਹੈ ਇਸਤਰੀਆਂ ਦਾ ਹੈ ਉਹਨਾਂ ਨੂੰ ਵੀ ਜਿਹੜੀ ਪਾਵਰ ਹੈ ਉਸੇ ਢੰਗ ਨਾਲ ਟ੍ਰਾਂਸਫਰ ਹੋਏਗੀ। ਤੇ ਮੈਨੂੰ ਪੂਰਾ ਯਕੀਨ ਹੈ ਕਿ ਇਸਤਰੀਆਂ ਇਸ ਰਿਜ਼ਰਵੇਸ਼ਨ ਦੇ ਬਾਅਦ ਵੀ ਰਿਜ਼ਰਵੇਸ਼ਨ ਵਿੱਚ ਆਪਣਾ ਹੱਕ ਲੈਂਦੇ ਹੋਏ ਜਨਰਲ ਕੈਟੇਗਰੀਜ਼ ਵਿੱਚ ਵੀ ਜਿਹੜੀਆਂ ਹੈ ਉਹ ਅੱਗੇ ਆਉਣਗੀਆਂ ਤੇ ਡੈਮੋਕ੍ਰੇਸੀ ਨੂੰ ਜਿਹੜਾ ਹੈ ਹੋਰ ਅੱਗੇ ਵਧਾਉਣਗੀਆਂ। ਵਾ ਸ਼ਕਤੀ ਜਿਹੜੀ ਹੈ ਉਸ ਨੂੰ ਨਾਲ ਜੋੜਿਆ ਜਾਏ ਤੇ ਜਿੰਨਾ ਜ਼ਿਆਦਾ ਲੜਕੀਆਂ ਨੂੰ ਅੱਗੇ ਲੈ ਕੇ ਆਇਆ ਜਾਏ ਉਹ ਚਾਹਾਂਗੀ ਕਿ ਉਹਦੇ ਵਿੱਚ ਆਪਣੀ ਕੰਟਰੀਬਿਊਸ਼ਨ ਕਰਾਂ। ਤੇ ਉਸ ਤੋਂ ਇਲਾਵਾ ਚਾਹਾਂਗੀ ਕਿ ਇੱਕ ਅਵੇਅਰਨੈਸ ਜਿਹੜੀ ਹੈ ਥੋੜਾ ਵਿਮਨ ਰਾਈਟਸ ਦੇ ਉੱਤੇ ਬੀਇੰਗ ਅ ਲਾਇਰ ਥੋੜਾ ਜਿਹਾ ਕਰਨਾ ਚਾਹਾਂਗੀ ਕਿ ਸਾਰੇ ਜਿਹੜੇ ਹੈਗੇ ਆ ਵਿਮਨ ਰਾਈਟਸ ਦੇ ਉੱਤੇ ਥੋੜਾ ਜਿਹਾ ਉਹਨਾਂ ਨੂੰ ਅਵੇਅਰ ਕੀਤਾ ਜਾਏ ਤੇ ਉਹਨਾਂ ਨੂੰ ਇੱਕ ਜਿਹੜੀ ਦੇਸ਼ ਦੀ ਇੱਕ ਵਿਚਾਰਧਾਰਾ ਹੈ ਉਸ ਦੇ ਨਾਲ ਜੋੜਿਆ ਜਾਏ। ਆਜ਼ਾਦੀ ਤੋਂ ਬਾਅਦ ਔਰਤਾਂ ਦੇ ਵੋਟਿੰਗ ਬਿਹੇਵੀਅਰ ਦੇ ਵਿੱਚ ਬਹੁਤ ਪਰਿਵਰਤਨ ਆਇਆ ਹੈ। ਪਹਿਲਾਂ ਔਰਤਾਂ ਵੋਟ ਪਾਉਂਦੀਆਂ ਸੀ ਲੇਕਿਨ ਇਹ ਇੱਕ ਕਿਸਮ ਦੀ
ਮਰਦਾਂ ਦੀਆਂ ਵੋਟਾਂ ਨੂੰ ਦੁੱਗਣਾ ਕਰਨ ਵਾਲਾ ਹੀ ਕੰਮ ਸੀ। ਉਹ ਆਪਣੇ ਭਰਾ ਦੇ ਕਹਿਣ ਤੇ ਵੋਟ ਪਾਉਂਦੀਆਂ ਸਨ ਜਾਂ ਆਪਣੇ ਪਿਤਾ ਦੇ ਕਹਿਣ ਤੇ ਵੋਟ ਪਾਉਂਦੀਆਂ ਸਨ। ਲੇਕਿਨ ਆਜ਼ਾਦੀ ਤੋਂ ਬਾਅਦ ਸਿੱਖਿਆ ਦੀ ਪ੍ਰਾਪਤੀ ਦੇ ਨਾਲ ਔਰਤਾਂ ਦੇ ਵਿੱਚ, ਲੜਕੀਆਂ ਦੇ ਵਿੱਚ ਜਾਗ੍ਰਿਤੀ ਆਈ ਹੈ। ਹੁਣ ਉਹ ਵੋਟ ਜਿਹੜੀਆਂ ਪਾਉਂਦੀਆਂ ਨੇ ਆਪਣੀ ਸੈਲਫ ਡਿਪੈਂਡੈਂਟ ਹੋ ਕਰ, ਕਿਸੇ ਦੇ ਕਹਿਣ ਤੇ ਨਹੀਂ ਪਾਉਂਦੀਆਂ, ਆਪਣੀ ਖੁੱਲ੍ਹ ਦੇ ਨਾਲ ਵੋਟ ਪਾਉਂਦੀਆਂ ਨੇ। ਤਾਂ ਇਹ ਹੁਣ ਕੇਵਲ ਮਰਦਾਂ ਦੀ ਵੋਟ ਨੂੰ ਦੁੱਗਣਾ ਕਰਨ ਦਾ ਹੀ ਕੰਮ ਨਹੀਂ ਹੈ, ਬਲਕਿ ਉਹ ਆਪਣੀ ਸਮਝ ਦੇ ਨਾਲ, ਆਪਣੀ ਸੋਚ ਦੇ ਨਾਲ, ਐਕਟਿਵ ਪਾਰਟਿਸਿਪੇਸ਼ਨ ਦੇ ਨਾਲ ਵੋਟ ਪਾਉਂਦੀਆਂ ਨੇ। ਇਸ ਰਾਜਨੀਤਿਕ ਜਾਗ੍ਰਿਤੀ ਨੇ ਉਹਨਾਂ ਦੇ ਵਿੱਚ ਸਬਜੈਕਟਿਵ ਪਾਰਟਿਸਿਪੇਸ਼ਨ ਦੀ ਥਾਂ ਤੇ ਐਕਟਿਵ ਪਾਰਟਿਸਿਪੇਸ਼ਨ ਨੂੰ ਬਹੁਤ ਸਹਾਇਤਾ ਦਿੱਤੀ ਹੈ। ਔਰਤਾਂ ਦੀ ਜਿਹੜੀ ਪਾਰਟਿਸਿਪੇਸ਼ਨ ਹੈ ਰਾਜਨੀਤੀ ਦੇ ਵਿੱਚ, ਉਹ ਐਕਟਿਵ ਪਾਰਟਿਸਿਪੇਸ਼ਨ ਹੈ। ਉਹ ਆਪਣੇ ਵੱਲੋਂ ਉਹਨਾਂ ਦਾ ਆਪਣਾ ਯੋਗਦਾਨ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਔਰ ਦੇਸ਼ ਦੇ ਵਿਕਾਸ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਵੀ ਹੈ। ਸਨਅਤ, ਖੇਡਾਂ ਅਤੇ ਖੇਤੀਬਾੜੀ ਵਿੱਚ ਵੀ ਔਰਤਾਂ ਦੇ ਯੋਗਦਾਨ ਨਾਲ ਨਵੀਂ ਕ੍ਰਾਂਤੀ ਆਈ ਹੈ। ਇਹ ਯੋਗਦਾਨ ਪ੍ਰਾਂਤਕ ਜਾਂ ਰਾਜ ਪੱਧਰ ਦਾ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ ਤੱਕ ਪਹੁੰਚ ਚੁੱਕਾ ਹੈ। ਖੇਤੀਬਾੜੀ ਪੰਜਾਬ ਦਾ ਮੁੱਖ ਕਿੱਤਾ ਹੈ। ਖੇਤੀਬਾੜੀ ਤੇ ਇਸ ਦੇ ਸਹਾਇਕ ਧੰਦਿਆਂ ਵਿੱਚ ਔਰਤਾਂ ਨੇ ਕਾਫੀ ਪਹਿਲਾਂ ਤੋਂ ਆਪਣਾ ਯੋਗਦਾਨ ਪਾ ਕੇ ਖੇਤੀਬਾੜੀ ਦੇ ਵਿਕਾਸ ਨੂੰ ਸਿਖਰਾਂ ਤੇ ਪਹੁੰਚਾਇਆ। ਪਰ ਹੁਣ ਔਰਤਾਂ ਪੜ੍ਹ ਲਿਖ ਕੇ ਖੇਤੀਬਾੜੀ ਵਿੱਚ ਨਵੀਂ ਤਕਨਾਲੋਜੀ ਅਪਣਾ ਰਹੀਆਂ ਹਨ। ਮੈਂ ਐਮ.ਏ ਇੰਗਲਿਸ਼ ਦੀ ਕੀਤੀ ਹੋਈ ਆ ਤੇ ਉਹਦੇ ਨਾਲ ਮੈਨੂੰ ਇਹ ਫਾਇਦਾ ਹੋਇਆ ਵੀ ਜਿੱਦਾਂ ਕੋਈ ਨਵੀਂ ਟੈਕਨੋਲੋਜੀ ਆਉਂਦੀ ਆ, ਕੋਈ ਨਵੇਂ ਬੀਜ ਆਉਂਦੇ ਆ, ਕੋਈ ਕੁਛ ਨਵੀਂ ਖਾਦਾਂ ਪਾਉਣੀਆਂ, ਕਿੰਨੀਆਂ ਪਾਉਣੀਆਂ, ਕਿੱਦਾਂ ਪਾਉਣੀਆਂ, ਉਹਦੇ ਬਾਰੇ ਮੈਂ ਕੁਛ ਪੜ੍ਹ ਕੇ, ਕੁਛ ਖੇਤੀਬਾੜੀ ਮਹਿਕਮੇ ਵਾਲਿਆਂ ਕੋਲ ਜਾਣਕਾਰੀ ਲੈ ਕੇ ਉਹ ਸਾਨੂੰ ਬੀਜ ਵੀ ਦੇ ਜਾਂਦੇ ਆ ਤੇ ਉਹ ਆਪਣੇ ਖੇਤਾਂ ਦੇ ਵਿੱਚ ਪਾਈਦਾ। ਉਹਦੇ ਨਾਲ ਜਿੱਦਾਂ ਸਾਡੀ ਫਸਲ ਦਾ ਵਾਧਾ ਹੁੰਦਾ ਆ, ਪਹਿਲਾਂ ਨਾਲੋਂ ਬਹੁਤ ਫਸਲ ਦੇ ਵਿੱਚ ਵਾਧਾ ਹੋਇਆ ਆ। ਤੇ ਉਹਦਾ ਸਿਰਫ ਪੜ੍ਹਾਈ ਦਾ ਕਰਕੇ, ਜਿੱਦਾਂ ਐਜ਼ ਏ ਵੂਮੈਨ ਵੀ ਮੈਂ ਸੋਚਦੀ ਹਾਂ ਵੀ ਜਿੱਦਾਂ ਮੇਰੇ ਪੜ੍ਹਾਈ ਕੀਤੀ ਕਰਕੇ ਤੇ ਮੈਂ ਕਾਫੀ ਆਪਣੇ ਆਪ ਨੂੰ ਡਿਵੈਲਪ ਕੀਤਾ, ਆਪਣੀ ਖੇਤੀ ਨੂੰ ਡਿਵੈਲਪ ਕੀਤਾ ਆ। ਤੇ ਅਸੀਂ ਹੋਰ ਜਿੱਦਾਂ ਪਹਿਲਾਂ ਸਾਨੂੰ ਇੰਨਾ ਬਹੁਤੀ ਨੌਲੇਜ ਨਹੀਂ ਸੀ ਹੁੰਦੀ, ਹਲਕੇ ਥ੍ਰੈਸ਼ਰ ਸੀਗੇ, ਹੁਣ ਵਧੀਆ ਥ੍ਰੈਸ਼ਰ ਆ ਗਏ ਆ। ਜਦੋਂ ਦੀ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਆ, ਉਦੋਂ ਬਾਅਦ ਪਹਿਲੀ ਔਰਤ ਤੇ ਹੁਣ ਦੀ ਔਰਤ ਦਾ ਕਿੰਨਾ ਫਰਕ ਪੈ ਗਿਆ। ਖੇਤੀਬਾੜੀ ਦੇ ਸਾਈਡ ਨੂੰ ਲੈ ਲਓ, ਹਰ ਪਾਸੇ ਔਰਤ ਅੱਗੇ ਆਈ ਆ। ਮੈਂ ਕਹਿੰਦੀ ਹਾਂ ਬਹੁਤ ਚੰਗੀ ਗੱਲ ਆ। ਤੇ ਬਾਕੀ ਸਾਡੀ ਸਰਕਾਰ ਨੇ ਵੀ ਔਰਤ ਨੂੰ ਜਿਸ ਤਰ੍ਹਾਂ ਰਿਜ਼ਰਵੇਸ਼ਨ ਦਿੱਤੀ ਆ ਅੱਗੇ ਆਉਣ ਵਾਸਤੇ, ਉਹ ਵੀ ਬਹੁਤ ਚੰਗਾ ਕਦਮ ਆ। ਪੜ੍ਹਾਈ ਦੇ ਵਿੱਚ ਆ, ਪੋਲੀਟਿਕਸ ਦੇ ਵਿੱਚ ਆ, ਹਰ ਫੀਲਡ ਦੇ ਵਿੱਚ ਜਿਹੜੀ ਉਹਨਾਂ ਨੇ ਸਾਨੂੰ ਆਜ਼ਾਦੀ ਦੇ ਨਾਲ ਨਾਲ ਰਿਜ਼ਰਵੇਸ਼ਨ ਵੀ ਦਿੱਤੀ ਆ, ਉਹ ਬਹੁਤ ਚੰਗੀ ਗੱਲ ਆ। ਖੇਤੀਬਾੜੀ ਦਾ ਖੇਤਰ ਜਿਹੜਾ ਕਿ ਅੱਗੇ ਮਰਦਾਂ ਤੱਕ ਹੀ ਸੀਮਤ ਸੀ ਔਰ ਉਸ ਤੋਂ ਬਾਅਦ ਔਰਤਾਂ ਵੀ ਇਸ ਵਿੱਚ ਆਉਣੀਆਂ ਸ਼ੁਰੂ ਹੋਈਆਂ। ਜਿਵੇਂ ਕਿ ਜੋ ਵੀ ਕੰਮ ਇੱਕ ਮਰਦ ਕਰ ਸਕਦਾ ਉਹ ਔਰਤ ਕਿਉਂ ਨਹੀਂ ਕਰ ਸਕਦੀ, ਇਸ ਚੈਲੰਜ ਨੂੰ ਕਬੂਲਦਿਆਂ ਹੋਇਆਂ ਮੈਂ BSc ਐਗਰੀਕਲਚਰ ਵਿੱਚ ਦਾਖਲਾ ਲਿਆ, ਜਿਸ ਨੂੰ ਕਰਨ ਉਪਰੰਤ ਫਿਰ ਮੈਂ MSc ਵਿੱਚ ਦਾਖਲਾ ਲਿਆ। MSc ਪੂਰੀ ਕਰਨ ਉਪਰੰਤ ਫਿਰ ਮੇਰੀ ਬਤੌਰ ਖੇਤੀਬਾੜੀ ਵਿਕਾਸ ਅਫਸਰ ਚੋਣ ਹੋਈ ਔਰ ਇਸ ਚੋਣ ਤੋਂ ਬਾਅਦ ਜਦੋਂ ਮੈਂ ਆਪਣੇ ਖੇਤਰ ਦੇ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ, ਮੈਨੂੰ ਬੜੀ ਖੁਸ਼ੀ ਹੋਈ। ਔਰ ਜਾ ਕੇ ਜਦੋਂ ਕਿਸਾਨ ਬੀਬੀਆਂ ਨਾਲ ਔਰ ਕਿਸਾਨ ਭਰਾਵਾਂ ਨਾਲ ਉਹਨਾਂ ਦੀਆਂ ਖੇਤੀਬਾੜੀ ਸੰਬੰਧੀ ਸਮੱਸਿਆਵਾਂ ਬਾਰੇ ਗੱਲ ਕਰੀਦੀ ਹੈ ਤਾਂ ਆਪਣੇ ਆਪ ਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਹੈ। ਖੇਡਾਂ ਦੇ ਖੇਤਰ ਵਿੱਚ ਵੀ ਔਰਤਾਂ ਨੇ ਬੜੀਆਂ ਮੱਲਾਂ ਮਾਰੀਆਂ ਨੇ ਤੇ ਉਹਨਾਂ ਦੀ ਹਿੱਸੇਦਾਰੀ ਪ੍ਰਾਂਤ ਜਾਂ ਰਾਜ ਪੱਧਰ ਤੇ ਹੀ ਨਹੀਂ, ਸਗੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਰਹੀ ਹੈ। ਕੋਈ ਵੀ ਅਜਿਹੀ ਖੇਡ ਨਹੀਂ ਹੈ ਜਿਸ ਦੇ ਵਿੱਚ ਪੰਜਾਬ ਦੀਆਂ ਮੁਟਿਆਰਾਂ ਨੇ ਯੋਗਦਾਨ ਨਾ ਪਾਇਆ ਹੋਵੇ, ਪ੍ਰਾਪਤੀਆਂ ਨਾ ਕੀਤੀਆਂ ਹੋਣ, ਤਗਮੇ ਨਾ ਜਿੱਤੇ ਹੋਣ। ਸਾਨੂੰ ਮਾਣ ਹੈ ਪੰਜਾਬ ਦੀ ਮਨਜੀਤ ਵਾਲੀਆ ਦੇ ਉੱਤੇ, ਜਿਸ ਨੇ ਏਸ਼ੀਅਨ ਖੇਡਾਂ ਦੇ ਵਿੱਚ ਹਰਡਲਸ ਦੇ ਵਿੱਚ ਮੈਡਲ ਜਿੱਤਿਆ ਤੇ ਪੰਜਾਬ ਦੀ ਪਹਿਲੀ ਮਹਿਲਾ ਹੋਣ ਦਾ ਮਾਣ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਾਨੂੰ ਮਾਣ ਹੈ ਪੰਜਾਬ ਦੀ ਉੱਗੀ ਖਿਡਾਰਨ, ਉਡਨ ਪਰੀ ਦੇ ਨਾਮ ਦੇ ਨਾਲ ਮਸ਼ਹੂਰ ਕਮਲਜੀਤ ਸੰਧੂ ਉੱਤੇ। ਐਥਲੈਟਿਕਸ ਦੇ ਖੇਤਰ ਵਿੱਚ ਕਈ ਨਾਮ ਹਨ ਪੰਜਾਬ ਦੀਆਂ ਮੁਟਿਆਰਾਂ ਦੇ, ਜਿਨ੍ਹਾਂ ਨੇ ਸੈਫ ਗੇਮਸ ਦੇ ਵਿੱਚ ਕਈ ਮੱਲਾਂ ਮਾਰੀਆਂ, ਜਿਨ੍ਹਾਂ ਵਿੱਚੋਂ ਹਰਜੀਤ ਕੌਰ, ਜਿਸ ਨੇ ਡਿਸਕਸ ਥਰੋ ਦੇ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ, ਹਰਵੰਸ ਕੌਰ, ਨੀਲਮ ਜੇ ਸੈਣੀ, ਹਰਪ੍ਰੀਤ ਕੌਰ, ਅਮਨਦੀਪ ਕੌਰ, ਜਿਸ ਨੇ ਕਈ ਮੈਡਲ ਜਿੱਤੇ ਤੇ ਨਵੇਂ ਰਿਕਾਰਡ ਬਣਾਏ। ਇਸੇ ਤਰ੍ਹਾਂ ਕਈ ਨਾਮ ਹਨ ਕਈ ਖੇਡਾਂ ਦੇ ਵਿੱਚ, ਜਿਵੇਂ ਕਿ ਵਾਲੀਬਾਲ, ਜਿਸ ਦੇ ਵਿੱਚ ਨਿੰਮੀ ਦੇ ਨਾਂ ਦੇ ਨਾਲ ਮਸ਼ਹੂਰ
ਸ਼੍ਰੀਮਤੀ ਨਿਰਮਲ ਮਿਲਖਾ ਸਿੰਘ, ਜਿਸ ਨੇ ਏਸ਼ੀਆਈ ਖੇਡਾਂ ਦੇ ਵਿੱਚ ਹਿੱਸਾ ਲਿਆ। ਹਾਕੀ ਦੇ ਇਤਿਹਾਸ ਦੇ ਪੰਨੇ ਪਲਟੀਏ ਤਾਂ ਅਸੀਂ ਸਾਰੇ ਖੇਡ ਪ੍ਰੇਮੀ ਹਾਕੀ ਇਤਿਹਾਸ ਦੀਆਂ ਉੱਘੀਆਂ ਖਿਡਾਰਨਾਂ, ਜਿਨ੍ਹਾਂ ਵਿੱਚੋਂ ਕਿ ਅਜਿੰਦਰ ਕੌਰ, ਹਰਪ੍ਰੀਤ ਗਿੱਲ, ਰਾਜਵੀਰ ਕੌਰ, ਨਿਸ਼ਾ ਸ਼ਰਮਾ, ਸੁਦਰਸ਼ਨ ਬਾਜਵਾ, ਪਰਮਜੀਤ ਚੀਮਾ, ਦਰਸ਼ਨ ਪੱਟੀ ਨਾਮ ਦੇ ਨਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਅਤੇ ਇਹਨਾਂ ਦੇ ਖੇਡ ਕਰਤਵਾਂ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ। ਮੈਂ ਜਦੋਂ ਆਈ ਹਾਂ, ਮੈਂ ਮਤਲਬ 81 ਦੇ ਵਿੱਚ ਇਸ ਵਿਮਨ ਫੀਲਡ ਦੇ ਵਿੱਚ ਆਈ ਹਾਂ। ਮੇਰੇ ਤੋਂ ਪਹਿਲਾਂ ਵੀ ਕਾਫੀ ਵਿਮਨ ਹਾਕੀ ਦੇ ਵਿੱਚ, ਜਿੱਦਾਂ ਕਿ ਜ਼ਿੰਦਰ ਮੈਡਮ, ਸੈਣੀ ਸਿਸਟਰਸ, ਮਤਲਬ ਕਾਫੀ ਜ਼ਿਆਦਾ ਪੰਜਾਬ ਦਾ ਨਾਂ ਰਿਹਾ ਹੈ ਮਤਲਬ ਇੰਡੀਆ ਦੇ ਵਿੱਚ। ਔਰ ਮੇਰੇ ਆਉਣ ਤੋਂ ਬਾਅਦ ਵੀ ਅਸੀਂ ਕਾਫੀ ਲੜਕੀਆਂ ਜਿਹੜੀਆਂ ਪੰਜਾਬ ਦੀਆਂ ਇਸ ਫੀਲਡ ਦੇ ਵਿੱਚ ਰਹੀਆਂ। ਔਰ ਉਸ ਤੋਂ ਬਾਅਦ ਕਾਫੀ ਹੁਣ ਇੰਪਰੂਵਮੈਂਟ ਔਰ ਮਤਲਬ ਹਰ ਜਿੱਦਾਂ ਕਿ ਸਕੂਲਾਂ ਕਾਲਜਾਂ ਦੇ ਵਿੱਚ ਸਪੋਰਟਸ ਵਿੰਗ ਖੁੱਲ੍ਹਣਾ, ਮਤਲਬ ਜਿਹੜਾ ਕਿ ਸਪੋਰਟਸ ਆ ਜਿਹੜੀ ਸਾਡੀ ਬਹੁਤ ਉੱਪਰ ਆ ਰਹੀ ਆ ਔਰ ਕਾਫੀ ਜ਼ਿਆਦਾ ਵਿਕਾਸ ਹੋ ਰਿਹਾ ਹੈ ਅਤੇ ਗੌਰਮੈਂਟ ਵੱਲੋਂ ਵੀ ਬਹੁਤ ਜ਼ਿਆਦਾ ਫੈਸਿਲਿਟੀਜ਼ ਮਿਲ ਰਹੀਆਂ ਆ। ਇਸ ਕਰਕੇ ਸਪੋਰਟਸਮੈਨ ਦਾ ਕਾਫੀ ਜ਼ਿਆਦਾ ਧਿਆਨ ਹੈ ਇਸ ਸਾਈਡ ਨੂੰ। ਸਮਾਜ ਦੇ ਵਿਕਾਸ ਨੂੰ ਤੇਜ਼ ਕਰਨ ਲਈ ਇਹ ਜ਼ਰੂਰੀ ਹੈ ਕਿ ਸਮਾਜ ਵਿਚਲੀਆਂ ਬੁਰਾਈਆਂ ਜਿਵੇਂ ਦਾਜ ਪ੍ਰਥਾ ਤੇ ਹੋਰ ਸਮਾਜਿਕ ਕੁਰੀਤੀਆਂ ਦੂਰ ਕਰਨ ਲਈ ਯਤਨ ਕੀਤੇ ਜਾਂਦੇ। ਕੁਝ ਔਰਤ ਜਥੇਬੰਦੀਆਂ ਵੱਲੋਂ ਅਜਿਹੇ ਯਤਨ ਜਾਰੀ ਨੇ। ਸਾਰੇ ਭਾਰਤ ਦੇ ਵਿੱਚ ਜਥੇਬੰਦੀਆਂ, ਔਰਤਾਂ ਦੀਆਂ ਜਥੇਬੰਦੀਆਂ ਮਿਲਦੀਆਂ ਹਨ, ਕੰਮ ਉਲੀਕਦੀਆਂ ਹਨ ਅਤੇ ਪ੍ਰੋਗਰਾਮਾਂ ਦੇ ਉੱਤੇ ਪੂਰਾ ਚੱਲਦੀਆਂ ਹਨ। ਉਹਨਾਂ ਦੇ ਕਈ ਕਾਰਕੁਨ ਹਨ, ਪਰ ਫਿਰ ਵੀ ਬਹੁਤ ਸਾਰੀਆਂ ਬਾਹਾਂ ਇਹਨਾਂ ਨੂੰ ਚਾਹੀਦੀਆਂ ਹਨ ਤਾਂ ਕਿ ਕੰਮ ਹੋਰ ਅੱਛੀ ਤਰ੍ਹਾਂ ਕਰ ਸਕਣ। ਇਹਨਾਂ ਦੇ ਵਿੱਚ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵਿਮਨ, ਆਲ ਇੰਡੀਆ ਵਿਮਨਸ ਕਾਂਗਰਸ ਨਾਮ ਦੀਆਂ ਜਥੇਬੰਦੀਆਂ ਪ੍ਰਮੁੱਖ ਹਨ। ਪੰਜਾਬ ਦੇ ਵਿੱਚ ਪੰਜਾਬ ਇਸਤਰੀ ਸਭਾ ਨਾਮ ਦੀ ਜਥੇਬੰਦੀ ਬਹੁਤ ਸਰਗਰਮ ਹੈ, ਜਿਸ ਦੇ ਪ੍ਰਮੁੱਖ ਨੇਤਾ ਸ਼੍ਰੀਮਤੀ ਵਿਮਲਾ ਡਾਂਗ, ਓਸ਼ਿਮਾ ਰੇਖੀ, ਸ਼ੀਲਾ ਦੀਦੀ, ਮਹਿੰਦਰ ਸਾਂਬਰ, ਸ਼ੀਲਾ ਚੈਨ, ਇਸ ਤਰ੍ਹਾਂ ਦੀਆਂ ਔਰਤਾਂ ਇਸ ਦੀਆਂ ਨੇਤਾ ਹਨ। ਪਰਿਵਾਰਾਂ ਦੇ ਮਸਲੇ ਸੁਲਝਾਉਂਦੇ ਹਨ ਤਾਂ ਕਿ ਹਰ ਮਸਲਾ ਲੈ ਕੇ ਅਦਾਲਤ ਵਿੱਚ ਨਾ ਜਾਣਾ ਪਏ ਅਤੇ ਸਮਝ ਸਮਝਾਈ ਦੇ ਨਾਲ, ਤੇ ਜੇ ਨਾ ਹੀ ਸੰਭਵ ਹੋਵੇ ਤਾਂ ਜਿਸ ਤਰ੍ਹਾਂ ਵੀ ਹੋ ਸਕੇ ਝਗੜੇ ਨੂੰ ਮੁਕਾਇਆ ਜਾਵੇ। ਕੋਈ ਵੀ ਇਸ ਤਰ੍ਹਾਂ ਦਾ ਖੇਤਰ ਨਹੀਂ ਹੈ ਜਿਸ ਵਿੱਚ ਔਰਤ ਪਿੱਛੇ ਰਹਿ ਗਈ ਹੈ ਜਾਂ ਉਹਨੂੰ ਉੱਥੇ ਕੋਈ ਓਪਰਚੁਨਿਟੀ ਨਹੀਂ ਮਿਲਦੀ ਕਿ ਉਹ ਆਪਣਾ ਯੋਗਦਾਨ ਦੇ ਸਕੇ। ਜੇਕਰ ਉਹਨੇ ਕਿਸੇ ਪੜ੍ਹਾਈ ਲਿਖਾਈ ਵਿੱਚ ਆਪਣਾ ਯੋਗਦਾਨ ਦੇਣਾ ਹੈ ਤੇ ਉਹ ਟੀਚਰ ਬਣ ਗਈ ਹੈ। ਜੇਕਰ ਉਹਨੇ ਪੁਲਿਸ ਵਿੱਚ ਐਂਟਰੈਂਸ ਲੈਣ ਦਾ ਸੋਚ ਲਿਆ ਹੈ ਤੇ ਕੋਈ ਆਪਣਾ ਦੇਸ਼ ਦਾ ਸੰਵਿਧਾਨ ਨੇ ਬੜਾ ਸਪਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਔਰਤ ਕਿਸੇ ਵੀ ਖੇਤਰ ਵਿੱਚ ਆ ਸਕਦੀ ਹੈ। ਇਨਫੈਕਟ ਜਦੋਂ ਸ਼੍ਰੀਮਤੀ ਕਿਰਨ ਬੇਦੀ ਪੁਲਿਸ ਵਿੱਚ ਆਈ ਤੇ ਉਹਨਾਂ ਨੂੰ ਇਹ ਦੱਸਿਆ ਗਿਆ ਸੀ ਕਿ ਤੁਹਾਡੇ ਲਈ ਬਹੁਤ ਮੁਸ਼ਕਿਲਾਂ ਪੇਸ਼ ਹੋ ਸਕਦੀਆਂ ਨੇ ਪੁਲਿਸ ਵਿੱਚ ਜੇ ਤੁਸੀਂ ਆਓਗੇ, ਇੱਥੇ ਮਰਦ ਪ੍ਰਧਾਨ ਖੇਤਰ ਹੈ, ਇਸ ਵਿੱਚ ਤੁਸੀਂ ਕਿਉਂ ਆ ਰਹੇ ਹੋ? ਤਾਂ ਉਹਨਾਂ ਨੇ ਇਹੀ ਜਵਾਬ ਦਿੱਤਾ ਸੀ ਕਿ ਸੰਵਿਧਾਨ ਨੇ ਮੈਨੂੰ ਇਹ ਅਧਿਕਾਰ ਦਿੱਤਾ ਹੈ ਕਿ ਮੈਂ ਪੁਲਿਸ ਜਿਹੜਾ ਪ੍ਰੋਫੈਸ਼ਨ ਹੈ ਉਹਨੂੰ ਅਪਣਾਵਾਂ ਤੇ ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਰੋਕ ਨਹੀਂ ਸਕਦਾ। ਤੇ ਜਿਸ ਕਰਕੇ ਉਹਨਾਂ ਨੇ ਪੁਲਿਸ IPS ਕਾਡਰ ਨੂੰ ਅਪਣਾਇਆ ਤੇ ਹੁਣ ਬਾਕੀ ਤਾਂ ਫਿਰ ਇਤਿਹਾਸ ਹੀ ਬਣ ਗਿਆ ਹੈ। ਤੋ ਇਸੇ ਤਰ੍ਹਾਂ ਜਿਵੇਂ ਕਿ ਕਿਰਨ ਬੇਦੀ ਜੀ ਪੁਲਿਸ ਵਿੱਚ ਆਏ ਤੇ ਉਹਨਾਂ ਨੇ ਇਤਿਹਾਸ ਬਣਾਇਆ, ਉਸ ਤਰ੍ਹਾਂ ਹੀ ਬਾਕੀ ਸਾਡੀ ਔਰਤਾਂ ਨੂੰ ਬਹੁਤ ਹਰ ਖੇਤਰ ਵਿੱਚ ਵਧਣ ਦਾ ਮੌਕਾ ਮਿਲਿਆ ਹੈ, ਜਿਸ ਕਰਕੇ ਆਪਣੇ ਦੇਸ਼ ਦੀ 50% ਆਬਾਦੀ ਜੋ ਕਿ ਔਰਤਾਂ ਦੀ ਹੈ, ਉਹਨਾਂ ਨੇ ਆਪਣਾ ਪੂਰਾ ਯੋਗਦਾਨ ਦਿੱਤਾ ਹੈ ਦੇਸ਼ ਦੀ ਸਮਰਿੱਧੀ ਵਿੱਚ ਤੇ ਇਹਦੀ ਹੋਰ ਅੱਗੇ ਪ੍ਰੋਗਰੈਸ ਵਿੱਚ। ਤੋ ਇਸ ਲਈ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਆਜ਼ਾਦੀ ਨਾ ਹੁੰਦੀ ਤਾਂ ਸ਼ਾਇਦ ਔਰਤ ਵੀ ਉਨੀ ਪ੍ਰਗਤੀ ਨਾ ਕਰ ਸਕਦੀ। ਆਜ਼ਾਦੀ ਤੋਂ ਪਿੱਛੋਂ
ਪਹਿਲਾਂ ਜਿਹੜੀ ਸਾਡੀ ਇੱਕ ਅਪਰ ਕਲਾਸ ਸੀ, ਇੱਕ ਲੋਅਰ ਕਲਾਸ ਸੀ, ਜਾਂ ਇੱਕ ਅਮੀਰ ਤਬਕਾ ਸੀ, ਇੱਕ ਗਰੀਬ ਤਬਕਾ ਸੀ। ਆਜ਼ਾਦੀ ਤੋਂ ਬਾਅਦ ਜਿਹੜਾ ਮਿਡਲ ਕਲਾਸ ਹੈ ਇਹ ਹੋਂਦ ਵਿੱਚ ਜ਼ਿਆਦਾ ਇੰਪੋਰਟੈਂਟ ਜ਼ਿਆਦਾ ਬਣੀ, ਕਿਉਂਕਿ ਵਿੱਦਿਆ ਦੇ ਵਾਧੇ ਨਾਲ, ਸ਼ਹਿਰੀਕਰਨ ਕਰਨ ਦੇ ਨਾਲ ਬਹੁਤ ਸਾਰੇ ਜਿਹੜੇ ਨੇ ਚੇਂਜਿਸ ਆਈਆਂ, ਜਿਹੜੇ ਸਾਇੰਸ ਆਈ, ਸਾਡੇ ਰੇਲਾਂ ਆਈਆਂ, ਅਖਬਾਰ ਆਏ, ਇਹ ਸਾਰੇ ਕਾਸੇ ਨੇ ਇਕਨੋਮਿਕ ਸਾਡੇ ਪੱਧਰ ਨੂੰ ਫਰਕ ਕੀਤਾ। ਇਹਦੇ ਨਾਲ ਕੁਦਰਤੀ ਸੀ ਕਿ ਔਰਤਾਂ ਦੀ ਸਥਿਤੀ ਵੀ ਉਸੇ ਤਰ੍ਹਾਂ ਬਦਲਣੀ ਸ਼ੁਰੂ ਹੋ ਗਈ। ਜਿਵੇਂ ਔਰਤਾਂ ਪਹਿਲਾਂ ਬਹੁਤ ਘੱਟ ਪੜ੍ਹਦੀਆਂ ਲਿਖਦੀਆਂ ਸੀ, ਜਾਂ ਕੁੜੀਆਂ ਨੂੰ ਬਹੁਤ ਘੱਟ ਪੜ੍ਹਾਇਆ ਲਿਖਾਇਆ ਜਾਂਦਾ ਸੀ। ਇਸ ਨਾਲ ਪੜ੍ਹਨ ਲਿਖਣ ਦੇ ਨਾਲ ਉਹ ਨੌਕਰੀਆਂ 'ਚ ਵੀ ਆ ਗਈਆਂ। ਨੌਕਰੀਆਂ ਦੇ ਤੋਂ ਬਿਨਾਂ ਫਿਰ ਬਾਕੀ ਜਿਹੜੇ ਕੰਮ ਸੀਗੇ ਉਹਨਾਂ ਨੂੰ ਵੀ ਉਹ ਪੜ੍ਹੀਆਂ ਲਿਖੀਆਂ ਹੋਣ ਕਾਰਨ ਹਰ ਇੱਕ ਗੱਲ ਨੂੰ ਸੋਚਣ ਸਮਝਣ ਲੱਗ ਪਈਆਂ, ਕੁਐਸਚਨ ਕਰਨ ਲੱਗ ਪਈਆਂ। ਇਹਦੇ ਨਾਲ ਜੇ ਔਰਤ ਜਿਉਂ-ਜਿਉਂ ਸੋਚਣ ਲੱਗੀ ਤਿਉਂ-ਤਿਉਂ ਉਸ ਦੀ ਜਿਹੜੀ ਰਚਨਾ ਸੀਗੀ ਉਹਨੇ ਖੁਦ ਆਪਣੇ ਬਾਰੇ ਲਿਖਣਾ ਸ਼ੁਰੂ ਕੀਤਾ। ਪਹਿਲਾਂ ਇੱਕ ਆਦਰਸ਼ਕ ਔਰਤ ਮਰਦੀ ਪੇਸ਼ ਕਰਦੇ ਹੁੰਦੇ ਸੀ ਕਿ ਇਹੋ ਜਿਹੀ ਹੋਣੀ ਚਾਹੀਦੀ ਆ, ਜਾਂ ਸਾਡੇ ਗ੍ਰੰਥਾਂ 'ਚ ਦੱਸਿਆ ਹੁੰਦਾ ਸੀ ਕਿ ਔਰਤ ਕਿਹੋ ਜਿਹੀ ਹੋਣੀ ਚਾਹੀਦੀ ਹੈ। ਡਾਂਸ ਆਫ ਸ਼ਿਵਾ 'ਚ ਉਹ ਕਹਿੰਦੇ ਕਿ ਔਰਤ ਜਿਹੜੀ ਹੈ ਸਭ ਤੋਂ ਪਹਿਲਾਂ ਜਾਗੇ, ਸਭ ਤੋਂ ਪਿੱਛੋਂ ਸੌਵੇਂ, ਉਸ ਨੇ ਸਾਰੇ ਪਰਿਵਾਰ ਲਈ ਉਹਦੇ ਸੇਵਾ ਕਰਨੀ ਹੁੰਦੀ ਹੈ। ਪਰ ਹੁਣ ਔਰਤ ਜਿਹੜੀ ਹੈ ਉਹ ਕਹਿੰਦੀ ਹੈ ਕਿ ਮੇਰਾ ਵੀ ਇੱਕ ਵਿਅਕਤਿਤਵ ਹੈ, ਮੇਰਾ ਵੀ ਜਿਉਣ ਦਾ ਅਧਿਕਾਰ ਹੈ, ਮੈਂ ਵੀ ਇੱਕ ਇਨਸਾਨ ਹਾਂ। ਇਹ ਸੋਚ ਜਦੋਂ ਆ ਗਈ, ਜਦੋਂ ਉਹਨੂੰ ਬਰਾਬਰ ਦਾ ਵੋਟ ਦੇਣ ਦਾ ਹੱਕ ਆ ਗਿਆ, ਪ੍ਰੋਪਰਟੀ 'ਚ ਉਹਨੂੰ ਹੱਕ ਮਿਲ ਗਿਆ, ਉਹਨੂੰ ਪੜ੍ਹਨ ਲਿਖਣ ਦਾ ਹੱਕ ਮਿਲ ਗਿਆ, ਉਹਨੂੰ ਨੌਕਰੀ ਕਰਨ ਦਾ ਹੱਕ ਮਿਲ ਗਿਆ, ਇਹਦੇ ਨਾਲ ਉਸ ਦੀ ਸੋਚ 'ਚ ਬਹੁਤ ਫਰਕ ਆ ਗਿਆ। ਇਹ ਸਾਰਾ ਕੁਛ ਆਜ਼ਾਦੀ ਤੋਂ ਪਿੱਛੋਂ ਹੀ ਹੈ। ਪਹਿਲਾਂ ਔਰਤਾਂ ਜਿਹੜੀਆਂ ਸੀ ਉਹ ਘਰਾਂ 'ਚ ਰਹਿੰਦੀਆਂ ਸੀ, ਘਰ ਦੇ ਕੰਮ ਕਰਦੀਆਂ ਸੀ, ਅਤੇ ਘਰ ਹੀ ਉਹਨਾਂ ਦਾ ਸਾਰਾ ਸੰਸਾਰ ਹੁੰਦਾ ਸੀ, ਅਤੇ ਘਰ ਬਾਰੇ ਹੀ ਸੋਚਣਾ ਉਹ ਆਪਣਾ ਧਰਮ ਸਮਝਦੀਆਂ ਸੀ। ਹੁਣ ਬਹੁਤ ਸਾਰੀਆਂ ਔਰਤਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਘਰਾਂ ਤੋਂ ਬਾਹਰ ਨੌਕਰੀਆਂ ਵੀ ਕਰਦੀਆਂ ਨੇ, ਕੰਮ ਵੀ ਕਰਦੀਆਂ ਨੇ, ਅਤੇ ਇਸ ਕਰਕੇ ਉਹਨਾਂ ਦੀ ਸੋਚ ਜਿਹੜੀ ਆ, ਜਿਸ ਤਰ੍ਹਾਂ ਵਿਰਕ ਨੇ ਇੱਕ ਬੜੀ ਖੂਬਸੂਰਤ ਕਹਾਣੀ ਲਿਖੀ ਹੋਈ ਹੈ ਨਮਸਕਾਰ, ਜਿਹਦੇ 'ਚ ਉਹ ਕਹਿੰਦਾ ਹੈ ਕਿ ਅੱਜ ਦੀ ਔਰਤ ਨੂੰ ਮੈਂ ਨਮਸਕਾਰ ਕਰਦਾ, ਪਰ ਕਿਹੜੀ ਨੂੰ? ਜਿਹੜੀ ਬਾਹਰ ਕੰਮ ਕਰਨ ਵੀ ਜਾਂਦੀ ਹੈ, ਜਿਹੜੀ ਹੱਸ ਕੇ ਗੱਲਾਂ ਵੀ ਕਰ ਲੈਂਦੀ ਹੈ, ਜਿਹੜੀ ਸਾਰੀ ਤੁਰੀ ਵੀ ਫਿਰਦੀ ਹੈ, ਪਰ ਫਿਰ ਵੀ ਆਪਣੀ ਡਿਗਨਿਟੀ ਅਤੇ ਔਨਰ ਜਿਹੜੀ ਆ ਉਹ ਕਾਇਮ ਰੱਖਦੀ ਹੈ। ਉਹਨੂੰ ਕੋਈ ਭੱਦਾ ਮਜ਼ਾਕ ਨਹੀਂ ਕਰ ਸਕਦਾ, ਉਹਦੇ ਨਾਲ ਕੋਈ ਛੇੜਖਾਨੀ ਨਹੀਂ ਕਰ ਸਕਦਾ। ਇਸ ਕਰਕੇ ਐਡੀ ਤਕੜੀ ਔਰਤ ਹੈ ਜਿਹੜੀ ਸਾਰੇ ਬਾਹਰ ਕੰਮ ਕਰਕੇ ਵੀ ਆਪਣਾ ਔਨਰ, ਮੈਂ ਉਹਨੂੰ ਨਮਸਕਾਰ ਕਰਦਾ, ਅਤੇ ਉਸੇ ਔਰਤ ਨੂੰ ਮੈਂ ਆਧੁਨਿਕ ਔਰਤ ਸਮਝਦਾ। ਸੋ ਅੱਜ ਦੀ ਔਰਤ ਜਿਹੜੀ ਹੈ ਉਹ ਉਸ ਪਾਸੇ ਜਾ ਤਾਂ ਰਹੀ ਹੈ ਕਿ ਆਪਣੇ ਆਪ ਨੂੰ ਉਸ ਯੋਗ ਬਣਾ ਸਕੇ, ਪਰ ਅਜੇ ਜਿਹੜਾ ਸਮਾਂ ਉਹ ਟ੍ਰਾਂਜ਼ੀਸ਼ਨ ਦਾ ਸਮਾਂ ਹੈਗਾ, ਅਜੇ ਪੂਰਨ ਤੌਰ 'ਤੇ ਨਾ ਉਹ ਟ੍ਰੈਡੀਸ਼ਨ ਨੂੰ ਛੱਡ ਸਕੀ ਹੈ ਅਤੇ ਨਾ ਉਹ ਆਧੁਨਿਕਤਾ ਨੂੰ ਅਪਣਾ ਸਕੀ ਹੈ। ਅਜੇ ਸਾਡੀਆਂ ਜਿਹੜੀਆਂ ਨੇ, ਪਰ ਇਸ ਤਰ੍ਹਾਂ ਪੂਰਨ ਤੌਰ 'ਤੇ ਛੱਡਣਾ ਵੀ ਨਹੀਂ ਚਾਹੀਦਾ। ਆਧੁਨਿਕਤਾ 'ਚ ਜੋ ਚੰਗੀਆਂ ਗੱਲਾਂ ਉਹ ਲੈ ਲੈਣੀਆਂ ਚਾਹੀਦੀਆਂ, ਜੋ ਪਰੰਪਰਾ 'ਚ ਨੇ ਉਹ ਲੈ ਲੈਣੀਆਂ ਚਾਹੀਦੀਆਂ, ਅਤੇ ਇਸ ਨਾਲ ਇੱਕ ਸੁਮੇਲ ਬਣਾ ਕੇ ਸਾਡੀ ਭਾਰਤੀ ਜ਼ਿੰਦਗੀ ਜਿਹੜੀ ਆ ਉਹ ਸੰਸਾਰ ਜਿਉਣਾ ਚਾਹੀਦਾ, ਅਤੇ ਉਸ ਨਾਲ ਜਿਉਂ ਕੇ ਹੀ ਉਹ ਚੰਗੇ ਸਾਹਿਤ ਦੀ ਰਚਨਾ ਕਰ ਸਕਦੇ ਆ। ਉਹ ਸਾਹਿਤ ਜਿਹੜਾ ਇੱਕ ਖਾਸ ਸਮੇਂ ਤੱਕ ਸੀਮਤ ਨਾ ਹੋ ਕੇ ਸਗੋਂ ਸਾਰੇ ਸਮਿਆਂ ਜੋਗਾ ਸਾਹਿਤ ਹੋ ਸਕੇ। ਜਿਹੜਾ ਭਾਰਤ ਦੀ ਇੱਕ ਬੇਟੀ ਸ਼੍ਰੀਮਤੀ ਇੰਦਰਾ ਗਾਂਧੀ, ਉਹ ਭਾਰਤ ਦੀ ਪ੍ਰਧਾਨ ਮੰਤਰੀ ਤੇ ਬਣੀ, ਪਰ ਦੁਨੀਆ ਦੇ ਵਿੱਚ ਜਿਨ੍ਹਾਂ ਮਹਾਨ ਨੇਤਾਵਾਂ ਦੀ ਸਾਖ ਅੱਜ ਸਾਰੇ ਵਿਸ਼ਵ ਵਿੱਚ ਛਾਈ ਹੈ, ਸ਼੍ਰੀਮਤੀ ਇੰਦਰਾ ਗਾਂਧੀ ਉਹਨਾਂ ਵਿੱਚੋਂ ਇੱਕ ਨੇ। ਅੱਜ ਤੇ ਵਿਧਾਨ ਸਭਾ ਦੇ ਵਿੱਚ, ਪਾਰਲੀਮੈਂਟ ਵਿੱਚ, ਪੰਚਾਇਤ ਤੋਂ ਲੈ ਕੇ ਦੇਸ਼ ਦੀ ਸੰਸਦ ਤੱਕ ਹਿੰਦੁਸਤਾਨ ਦੀਆਂ ਧੀਆਂ ਆਪਣੀ ਆਨ ਸ਼ਾਨ, ਯੋਗਤਾ ਤੇ ਪ੍ਰਸ਼ਾਸਨਿਕ ਯੋਗਤਾ ਦਾ ਪਰਿਚੈ ਦੇ ਰਹੀਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਟੀਵੀ ਤੇ ਥੀਏਟਰ ਬਾਰੇ ਇੱਕ ਵਿਭਾਗ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚ ਚੱਲ ਰਹੇ ਕੋਰਸਾਂ ਵਿੱਚ ਲੜਕੀਆਂ ਨੇ ਭਾਰੀ ਉਤਸ਼ਾਹ ਦਿਖਾਇਆ ਹੈ। ਮੈਂ ਡਿਸਟ੍ਰਿਕਟ ਸੰਗਰੂਰ ਦੇ ਛੋਟੇ ਜਿਹੇ ਸ਼ਹਿਰ ਧੂਰੀ ਵਿੱਚੋਂ ਜਦ ਨਿਕਲ ਕੇ ਚੰਡੀਗੜ੍ਹ ਦੇ ਵਿੱਚ ਥੀਏਟਰ ਜੁਆਇਨ ਕੀਤਾ ਤਾਂ ਮੇਰੀ ਫੈਮਿਲੀ ਉਸ ਦੇ ਸਖਤ ਖਿਲਾਫ ਸੀ, ਖਾਸ ਤੌਰ ਤੇ ਮੇਰੀ ਮਾਂ। 2-3 ਸਾਲ ਤੋਂ ਬਾਅਦ ਜਦ ਮੇਰੀ ਮੰਮੀ ਨੇ ਅੱਛੇ ਡਰਾਮੇ ਦੇਖੇ ਮੇਰੇ, ਦੈਨ ਉਸਨੇ ਇਸ ਗੱਲ ਤੇ ਕੰਪਰੋਮਾਈਜ਼ ਕੀਤਾ ਕਿ ਠੀਕ ਹੈ, ਇਹ ਲਾਈਨ ਲੜਕੀਆਂ ਲਈ ਕੋਈ ਇੰਨੀ ਬੁਰੀ ਲਾਈਨ ਨਹੀਂ ਹੈ। ਲੇਕਿਨ ਲੋਕਾਂ ਨੂੰ ਹਜੇ ਤੱਕ ਵੀ ਮੈਂ ਇਸ ਬਾਰੇ ਇੰਪ੍ਰੈਸ ਨਹੀਂ ਕਰ ਪਾਈ ਸੀ ਜਦ ਤੱਕ ਕਿ ਮੈਂ ਅੱਛੀ ਫਿਲਮ ਜਾਂ ਕੇਸਰੋ ਵਰਗੇ ਡਰਾਮੇ ਉਹਨਾਂ ਨੂੰ ਨਹੀਂ ਦਿਖਾਏ। ਜਦ ਉਹਨਾਂ ਨੇ ਚੰਨ ਪਰਦੇਸੀ ਤੇ ਕੇਸਰੋ ਡਰਾਮਾ ਦੇਖਿਆ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਲੜਕੀ ਦੇ ਵਿੱਚ ਕੁਝ ਪੋਟੈਂਸ਼ੀਅਲਸ ਹੈ, ਯੋਗਤਾ ਹੈ ਕਿ ਜਿਹੜੀ
ਇਸ ਸੁਸਾਇਟੀ ਚੋਂ ਨਿਕਲ ਕੇ ਇਸ ਸੁਸਾਇਟੀ ਦੀਆਂ ਵੈਮਨ ਦੀਆਂ ਕੁਝ ਪ੍ਰੋਬਲਮਸ ਨੂੰ ਦੂਰ ਕਰ ਸਕਦੀ ਹੈ। ਮੈਂ ਜਿੰਨੇ ਵੀ ਅੱਜ ਤੱਕ ਟੀਵੀ ਦੇ ਨਾਟਕ ਕੀਤੇ ਉਹ ਮੋਸਟਲੀ ਵੈਮਨ ਦੀਆਂ ਪ੍ਰੋਬਲਮਸ ਨਾਲ ਹੀ ਰਿਲੇਟਡ ਸੀ। ਮੇਰੀ ਮਾਂ ਕੁਝ ਇੰਡੀਪੈਂਡੈਂਸ ਤੋਂ ਪਹਿਲਾਂ ਪੈਦਾ ਹੋਈ ਸੀ ਤੇ ਉਸਨੇ ਜੋ ਔਰਤਾਂ ਦਾ ਮਾਹੌਲ ਦੇਖਿਆ ਸੀ ਪਰਦੇ ਵਾਲਾ, ਉਹ ਕਦੇ ਵੀ ਉਸ ਮਾਹੌਲ ਵਿੱਚੋਂ ਬਾਹਰ ਨਿਕਲ ਕੇ ਨਹੀਂ ਆਈ ਅਨਲੈਸ ਮੈਂ ਉਹਨੂੰ ਇਸ ਗੱਲ ਤੋਂ ਬਾਹਰ ਲੈ ਕੇ ਆਈ ਕਿ ਨਹੀਂ, ਔਰਤਾਂ ਵੀ ਆਪਣਾ ਇੱਕ ਵੱਖਰਾ ਇੰਡੀਪੈਂਡੈਂਟ ਮੁਕਾਮ ਰੱਖ ਸਕਦੀਆਂ ਨੇ। 20 ਸਾਲ ਪਹਿਲਾਂ ਜਦ ਮੈਂ ਡਰਾਮਾ ਡਿਪਾਰਟਮੈਂਟ ਜੁਆਇਨ ਕੀਤਾ ਸੀ ਤਾਂ ਉਸ ਟਾਈਮ ਬਹੁਤ ਹੀ ਘੱਟ ਲੜਕੀਆਂ ਇਸ ਡਿਪਾਰਟਮੈਂਟ ਵਿੱਚ ਆਉਣ ਦਾ ਹੌਸਲਾ ਕਰਦੀਆਂ ਸੀ, ਬਟ ਹੁਣ ਮੈਂ ਦੇਖਦੀ ਹਾਂ ਦਿਨ ਪਰ ਦਿਨ ਕਿ ਲੜਕੀਆਂ ਇਸ ਫੀਲਡ ਵਿੱਚ ਅੱਗੇ ਆ ਰਹੀਆਂ ਨੇ ਕਿਉਂਕਿ ਉਹ ਇਸ ਫੀਲਡ ਨੂੰ ਇੱਕ ਇੰਡੀਪੈਂਡੈਂਟ ਕੈਰੀਅਰ ਬਣਾਉਣਾ ਚਾਹੁੰਦੀਆਂ ਨੇ ਤਾਂ ਕਿ ਕੱਲ੍ਹ ਨੂੰ ਉਹ ਥੀਏਟਰ ਜਾਂ ਟੀਵੀ ਜਾਂ ਫਿਲਮਾਂ ਦੇ ਵਿੱਚ ਜਾ ਕੇ ਪ੍ਰੋਡਕਸ਼ਨਸ ਕਰ ਸਕਣ ਤੇ ਵਿਮਨਸ ਦੀਆਂ ਪ੍ਰੋਬਲਮਸ ਨੂੰ ਸੋਲਵ ਕਰ ਸਕਣ। ਇਸ ਡਿਪਾਰਟਮੈਂਟ ਦੀ ਇਹੀ ਕੰਟਰੀਬਿਊਸ਼ਨ ਰਹੀ ਹੈ, ਚੰਡੀਗੜ੍ਹ ਡਿਪਾਰਟਮੈਂਟ ਤੇ ਪੰਜਾਬੀ ਯੂਨੀਵਰਸਿਟੀ ਡਿਪਾਰਟਮੈਂਟ, ਤਾਂ ਕਿ ਔਰਤ ਇੱਕ ਇੰਡੀਪੈਂਡੈਂਟ ਮੁਕਾਮ ਤੇ ਆ ਕੇ ਆਪਣੇ ਆਪ ਨੂੰ ਆਪਣੇ ਨਾਲ ਕਈ ਦਰਸ਼ਕਾਂ ਨੂੰ ਵੀ ਅੱਗੇ ਲੈ ਕੇ ਤੁਰਦੀ ਹੈ। ਇਹ ਇਸ ਥੀਏਟਰ ਦੇ ਵਿੱਚ ਔਰਤ ਦੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਰਹੀ ਹੈ। ਇਸ ਫੀਲਡ ਵਿੱਚ ਬਹੁਤ ਸਾਰੀਆਂ ਲੜਕੀਆਂ ਆਉਣ ਲਈ ਉਤਸੁਕ ਨੇ ਔਰ ਆਈਆਂ ਵੀ ਨੇ। ਜਿਹੜੀਆਂ ਲੜਕੀਆਂ ਆਈਆਂ ਨੇ ਉਹਨਾਂ ਨੇ ਸ਼ਲਾਘਾਯੋਗ ਕੰਮ ਵੀ ਕੀਤਾ ਹੈ। ਮੈਂ ਚਾਹੁੰਦੀ ਹਾਂ ਕਿ ਇਸ ਫੀਲਡ ਦੇ ਵਿੱਚ ਅੱਛੀਆਂ ਫਿਲਮਾਂ ਬਣਨ, ਅੱਛੇ ਟੀਵੀ ਨਾਟਕ ਬਣਨ ਜਿਨ੍ਹਾਂ ਨੂੰ ਦੇਖ ਕੇ ਵੱਧ ਤੋਂ ਵੱਧ ਲੜਕੀਆਂ ਆਪਣਾ ਯੋਗਦਾਨ ਪਾ ਸਕਦੀਆਂ ਨੇ। ਹੁਣ ਜਦ ਕਿ ਸਾਡਾ ਦੇਸ਼ ਵਿਕਾਸ ਕਰ ਰਿਹਾ ਹੈ, ਰਾਜ ਵਿਕਾਸ ਕਰ ਰਿਹਾ ਹੈ, ਸਾਨੂੰ ਬਹੁਤ ਸਾਰੇ ਮੌਕੇ ਮਿਲ ਰਹੇ ਨੇ, ਟੀਵੀ ਦਾ ਕਮਰਸ਼ਲਾਈਜੇਸ਼ਨ ਹੋ ਰਿਹਾ ਹੈ, ਅੱਛੀਆਂ ਫਿਲਮਾਂ ਬਣ ਰਹੀਆਂ ਨੇ, ਅੱਛੇ ਡਰਾਮੇ ਟੀਵੀ ਦੇ ਉੱਪਰ ਆ ਰਹੇ ਨੇ। ਮੈਂ ਚਾਹੁੰਦੀ ਹਾਂ ਕਿ ਵੱਧ ਤੋਂ ਵੱਧ ਲੜਕੀਆਂ ਇਸ ਫੀਲਡ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ। ਅੱਜ ਕੱਲ੍ਹ ਮੈਂ ਇਸ ਡਿਪਾਰਟਮੈਂਟ ਦੀ ਮੁਖੀ ਹਾਂ, ਮੈਂ ਮਹਿਸੂਸ ਕਰਦੀ ਹਾਂ ਕਿ ਹੁਣ ਬਹੁਤ ਸਾਰੀਆਂ ਲੜਕੀਆਂ ਇਸ ਫੀਲਡ ਵਿੱਚ ਆਉਣ ਲਈ ਤਿਆਰ ਨੇ ਔਰ ਆ ਵੀ ਰਹੀਆਂ ਨੇ। ਸਾਡੇ ਸਾਹਮਣੇ ਇੱਕ ਵੰਗਾਰ ਹੈ, ਇੱਕ ਚੁਣੌਤੀ ਹੈ। ਸਾਨੂੰ ਵੇਖਣਾ ਪਏਗਾ ਕਿ ਜਿਹੜੀ ਆਜ਼ਾਦੀ ਸਾਡੀ ਝੋਲੀ ਵਿੱਚ ਆ ਗਈ, ਸ਼ਹੀਦਾਂ ਦੇ ਦਿੱਤੇ ਖੂਨ ਦੇ ਸਦਕੇ, ਲੰਬੇ ਸੰਘਰਸ਼ ਦੇ ਸਦਕੇ ਸਾਨੂੰ ਇੱਕ ਬਹੁਤ ਵੱਡਾ ਵਰਦਾਨ ਮਿਲਿਆ ਹੈ। ਪਰ ਅੱਜ ਲੋੜ ਹੈ ਉਸੇ ਆਜ਼ਾਦੀ ਨੂੰ ਪਹਿਚਾਨਣ ਦੀ, ਉਸ ਆਜ਼ਾਦੀ ਨੂੰ ਸ਼ਿੰਗਾਰ ਕੇ ਸੰਵਾਰ ਕੇ ਕੁਝ ਆਪਣੇ ਆਪ ਨੂੰ ਸੁਚੱਜੇ ਰੂਪ ਵਿੱਚ ਪ੍ਰਸਤੁਤ ਕਰਨ ਦੀ, ਤਾਂ ਕਿ ਅੱਜ ਦੀ ਔਰਤ, ਅੱਜ ਦੀ ਹਿੰਦੁਸਤਾਨੀ ਔਰਤ ਵਿਰਸੇ ਦੀ ਸੰਭਾਲ ਵੀ ਕਰੇ ਤੇ ਨਾਲ ਹੀ ਨਾਲ ਕੁਝ ਇਹੋ ਜਿਹੇ ਅਗਾਂਹ ਵਧੂ ਕਦਮ ਪੁੱਟੇ ਕਿ ਉਹ ਆਉਣ ਵਾਲੇ ਸਮਾਜ ਲਈ ਪ੍ਰੇਰਨਾ ਬਣ ਜਾਏ। ਉਸ ਹਰੇਕ ਖੇਤਰ ਵਿੱਚ ਅੱਜ ਨਾਰੀ ਦਾ ਮਹੱਤਵਪੂਰਨ ਯੋਗਦਾਨ ਹੈ ਜਿਹੜੇ ਪਹਿਲਾਂ ਸਿਰਫ ਮਰਦ ਲਈ ਹੀ ਰਾਖਵੇਂ ਸਮਝੇ ਜਾਂਦੇ ਸਨ। ਉਹਨਾਂ ਥਾਵਾਂ ਉੱਤੇ ਵੀ ਨਾਰੀ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ ਜਿਨ੍ਹਾਂ ਥਾਵਾਂ ਉੱਤੇ ਉਸ ਲਈ ਅੱਗੇ ਵਧਣ ਦੇ ਮੌਕੇ ਕੁਝ ਘੱਟ ਸਨ। ਵਿਸ਼ੇਸ਼ ਤੌਰ ਤੇ ਪੇਂਡੂ ਇਲਾਕਿਆਂ ਵਿੱਚ ਔਰਤ ਕੁਝ ਵਲਗਣਾ ਵਿੱਚ ਰਹਿਣ ਲਈ ਮਜਬੂਰ ਸੀ, ਪਰ ਹੁਣ ਉੱਥੇ ਵੀ ਇੱਕ ਨਵੀਂ ਚੇਤਨਾ ਪੈਦਾ ਹੋਈ ਹੈ। ਇਹ ਸਿੱਖਿਆ ਦਾ ਚਮਤਕਾਰ ਹੈ ਕਿ ਔਰਤ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਆ ਕੇ ਸਮਾਜ ਦੇ ਵਿਸ਼ਾਲ ਖੇਤਰਾਂ ਵਿੱਚ ਭਾਗੀਦਾਰ ਬਣੀ ਹੈ। ਔਰਤ ਦੀ ਤਰੱਕੀ ਇਹ ਸੰਕੇਤ ਕਰਦੀ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਔਰਤ ਸਮੂਹ ਖੇਤਰਾਂ ਵਿੱਚ ਮਰਦ ਦੇ ਬਰਾਬਰ ਖੜੋ ਕੇ ਨਿਤ ਨਵੇਂ ਕਦਮ ਚੁੱਕ ਸਕਦੀ ਹੈ।